बहुत स्वागत है जी सारिਆਂ ਦਾ। मैं हाँ सुरिंदर डल्ला। बहुत महत्वपूर्ण एक प्रोग्राम करांगे। साडे नाल पवनदीप सिंह संधू ने ਜਿਹੜੇ कि स्काईटैग इमीग्रेशन ਨੂੰ रिप्रजेंट करते हैं। स्काईटैग इमीग्रेशन पंजाब सरकार तो लाइसेंसशुदा कंपनी है और स्काईटैग इमीग्रेशन ਨੂੰ रिप्रजेंट करते हैं अजिंदरबीर कौर गिल होरी ਜਿਹੜੇ कि CICC मैंबर ने। और सवाल कई इंपॉर्टेंट ने जिन्हों के उत्ते गल हो सकती है। सैप्टंबर इनटेक सरकारी कॉलेजेस दे विच आलमोस्ट फुल है। क्यूबिक के कुछ कॉलेजेस दे विच सीटां ने जिहड़े चंगे कॉलेजेस ने क्यूबिक के, एक तो वो ऑप्शन है, नहीं तो फिर जनवरी 2023 की ऑप्शन सामने खड़ी है कि ट्रेंड हुण की ने। सैप्टंबर इनटेक के रिजल्ट्स के ट्रेंड हुण की ने, किन्नी क तेज़ी नाल रिजल्ट्स आ रहे हैं क्योंकि रिफ्यूजल्स दे नाल तय होएगा। अगर रिजल्ट्स ज़्यादा ने, जे रिफ्यूजल्स ज़्यादा ने तो फिर रीअपलाई करने का चांस है। बट अगर पॉजिटिव रिजल्ट बहुत ज़्यादा ने तो फिर की डैफर भी जाएंगे सैप्टंबर इनटेक तो जनवरी लई, तो फिर जनवरी भी सीटां किन्नियां क बचदियां ने। ये सारे रले मिले विषय होणगे जिन्हां ते गल करांगे। पवनदीप जी बहुत बहुत स्वागत है जी। डल्ला साहब सत श्री अकाल, तुहाडा बहुत बहुत धन्नवाद, तुसीं समां दित्ता। पवनदीप जी सब तो पहला तो मैनूं ये दसो कि रिजल्ट्स का स्टेटस की है सैप्टंबर इनटेक दे और सक्सैस रेट किस दर ते तुहानूं नज़र आ रहा? डल्ला साहब जे आपां गल करिए तो जे मई इनटेक की आपां गल करिए, मई इनटेक दे विच की होया कि ਜਿਹੜੇ ਤਾਂ ਬੱਚਿਆਂ ਦੇ ਰਿਜ਼ਲਟ ਨਹੀਂ ਆਏ ਉਹਨਾਂ ਨੇ ਆਪਣਾ ਡੈਫਰਮੈਂਟ ਕੀਤਾ ਸਪਟੰਬਰ ਇਨਟੇਕ ਦੇ ਲਈ। ਔਰ ਕੁਛ ਕੁ ਬੱਚਿਆਂ ਜਿਹੜੇ ਕਾਲਜ ਵਧੀਆ ਸੀਗੇ ਉਹਨਾਂ ਨੇ ਆਨਲਾਈਨ ਕਲਾਸਿਸ ਵੀ ਦਿੱਤੀਆਂ ਔਰ ਬੱਚੇ ਆਲਰੇਡੀ ਆਨਲਾਈਨ ਕਲਾਸਿਸ ਲਾ ਵੀ ਰਹੇ ਨੇ। ਔਰ ਉਹਨਾਂ ਬੱਚਿਆਂ ਦੇ ਵਿੱਚੋਂ ਵੀ ਕਈਆਂ ਦੀ PPRs ਆਈਆਂ ਨੇ ਔਰ ਉਹ ਬੱਚੇ ਹੁਣ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਟਰੈਵਲ ਵੀ ਕਰ ਸਕਣਗੇ ਕਾਲਜ ਤੋਂ ਆਪਣੀ ਲੈਟਰ ਲੈ ਕੇ। ਦੇਖੋ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਕਿ ਬੱਚਾ ਜਿਹੜਾ ਰੀਸੈਂਟਲੀ ਪਾਸਡ ਆਊਟ ਹੈ ਉਹ ਕੀ ਕਰੇ, ਕਿ ਉਹ ਸਪਟੰਬਰ ਇਨਟੇਕ ਲਈ ਅਪਲਾਈ ਕਰੇ ਜਾਂ ਉਹ जनवरी 2023 ਲਈ ਅਪਲਾਈ ਕਰੇ। ਦੇਖੋ ਕਿਉਂਕਿ ਸਪਟੰਬਰ ਇਨਟੇਕ ਲਈ ਆਲਰੇਡੀ ਜਿਹੜੀਆਂ ਸੀਟਸ ਨੇ, ਮੈਕਸਿਮਮ ਸੀਟਸ ਨੇ ਜਿਹੜੀਆਂ ਆਲਰੇਡੀ ਆਕੂਪਾਈਡ ਹੋ ਚੁੱਕੀਆਂ ਨੇ। ਔਰ ਜੇ ਤਾਂ ਬੱਚਾ ਇਹੀ ਜਿੱਦ ਲੈ ਕੇ ਸਾਡੇ ਕੋਲ ਆਉਂਦਾ ਹੈ ਕਿ ਅਸੀਂ ਇਸ ਕਾਲਜ ਦੇ ਵਿੱਚ ਸਪਟੰਬਰ ਇਨਟੇਕ ਲਈ ਜਾਣਾ ਹੈ ਤਾਂ ਹੋ ਸਕਦਾ ਹੈ ਕਿ ਸਪਟੰਬਰ ਇਨਟੇਕ ਲਈ ਉਹਦੀ ਐਪਲੀਕੇਸ਼ਨ ਪੁੱਟ ਆਨ ਹੋਵੇ, ਪਰ ਲੇਟਰ ਔਨ ਕਾਲਜ ਵੱਲੋਂ ਇਹ ਮੇਲ ਆਵੇ ਕਿ ਨਹੀਂ ਜੀ ਸਪਟੰਬਰ ਇਨਟੇਕ ਵਾਸਤੇ ਸਾਡੀ ਜਿਹੜੀ ਸਲੋਟਸ ਨੇ ਬੰਦ ਹੋ ਚੁੱਕੇ ਨੇ, ਤੁਹਾਨੂੰ जनवरी 2023 ਲਈ ਤੁਹਾਨੂੰ ਐਡਮਿਸ਼ਨ ਲੈਟਰ ਮਿਲੂਗੀ। ਹੁਣ ਡਿਪੈਂਡ ਕਰਦਾ ਕਿ ਬੱਚਾ ਕੀ ਇਸ ਚੀਜ਼ ਲਈ ਰੈਡੀ ਹੈ, ਕਿ ਉਹ ਬੱਚਾ ਸਪਟੰਬਰ ਇਨਟੇਕ ਦੀ ਬਜਾਏ जनवरी ਤੱਕ ਆਪਣੀ ਵੇਟ ਕਰ ਸਕਦਾ ਜਾਂ ਨਹੀਂ ਕਰ ਸਕਦਾ। ਦੇਖੋ ਕੁਛ ਇੱਕ ਆਪਸ਼ਨ ਸਟਿਲ ਸਾਡੇ ਕੋਲ ਓਪਨ ਨੇ ਕਿਉਂਕਿ ਸਾਡੇ ਡਾਇਰੈਕਟ ਟਾਈ-ਅਪਸ ਨੇ ਕਾਲਜਸ ਦੇ ਨਾਲ, ਜਿਹਦਾ ਫਾਇਦਾ ਤੁਹਾਨੂੰ ਸਟਿਲ ਮਿਲ ਸਕਦਾ ਹੈ। ਸਪਟੰਬਰ ਇਨਟੇਕ ਵਾਸਤੇ ਤੁਸੀਂ ਸਾਨੂੰ ਜੇ ਆਪਣੀ ਪ੍ਰੋਫਾਈਲ ਸ਼ੇਅਰ ਕਰਦੇ ਹੋ ਔਰ ਜਿਸ ਕਾਲਜ ਦੇ ਵਿੱਚ ਸਾਨੂੰ ਲੱਗੂਗਾ ਕਿ ਵਾਕਿਆ ਹੀ ਸਪਟੰਬਰ ਇਨਟੇਕ ਦੀ ਆਫਰ ਲੈਟਰ ਤੁਹਾਡੀ ਆ ਜਾਊਗੀ ਕਿਸੇ ਗਵਰਨਮੈਂਟ ਕਾਲਜ ਦੀ, ਤਾਂ ਹੀ ਆਪਾਂ ਤੁਹਾਡੇ ਨਾਲ ਕਮਿਟਮੈਂਟ ਕਰਾਂਗੇ, ਤੁਹਾਡੇ ਨਾਲ ਕੋਈ ਰੋਂਗ ਕਮਿਟਮੈਂਟ ਨਹੀਂ ਕਰਾਂਗੇ। ਕਿ ਕਿਉਂਕਿ ਮਾਰਕੀਟ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਬੱਚੇ ਨੂੰ ਇਹ ਕਹਿ ਕੇ ਕਿ ਸਪਟੰਬਰ ਇਨਟੇਕ ਦੀ ਤੁਹਾਨੂੰ ਅਸੀਂ ਆਫਰ ਲੈਟਰ ਦਵਾ ਦਾਂਗੇ, ਪਰ ਐਨਰੋਲਮੈਂਟ ਕਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਕਾਲ ਆ ਜਾਂਦੀ ਹੈ, ਨਹੀਂ ਜੀ ਕਾਲਜ ਨੇ ਸੀਟ ਬੰਦ ਕਰਤੀ, ਤੁਹਾਨੂੰ ਹੁਣ जनवरी ਇਨਟੇਕ ਹੀ ਮਿਲੂਗਾ। ਕਿਉਂਕਿ ਦੇਖੋ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਕਿ ਜੇ ਤੁਸੀਂ ਆਪਣਾ ਸਪਟੰਬਰ ਇਨਟੇਕ ਮਿਸ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਗੈਪ ਵਧੂਗਾ। ਔਰ ਪਿਛਲੇ ਸਾਲ ਵੀ ਇਹੀ ਕੁਛ ਹੋਇਆ ਸੀਗਾ। ਜਿਹੜੇ ਬੱਚੇ ਸਾਡੇ ਕੋਲ ਮਈ ਜੂਨ ਦੇ ਵਿੱਚ ਆਏ ਸੀਗੇ, ਸਾਡੀ ਕਈ ਬੱਚਿਆਂ ਨੇ ਗੱਲਬਾਤ ਮੰਨ ਕੇ ਕਿਊਬੈਕ ਦੇ ਵਿੱਚ ਅਪਲਾਈ ਕੀਤਾ ਕਿ ਕਿਊਬੈਕ ਦੇ ਵਿੱਚ ਰਾਈਟ ਵੇ ਆਫਰ ਲੈਟਰ ਆ ਕੇ ਉਹਦਾ CAQ ਅਪਲਾਈ ਕਰਕੇ ਅਸੀਂ ਸਪਟੰਬਰ ਇਨਟੇਕ ਲਈ ਅਪਲਾਈ ਕੀਤਾ। ਤਾਂ ਉਹਨਾਂ ਬੱਚਿਆਂ ਦਾ ਕੀ ਹੋਇਆ ਕਿ ਵੀਜ਼ਾ ਵੀ ਆ ਗਿਆ, ਉਹ ਬੱਚੇ ਸਪਟੰਬਰ ਇਨਟੇਕ 'ਚ ਕੈਨੇਡਾ ਵੀ ਤੁਰ ਗਏ। ਪਰ ਦੂਜੇ ਪਾਸੇ ਕਈ ਬੱਚੇ ਜਿਹੜੇ ਉਹਨਾਂ ਦੇ ਫਰੈਂਡਸ ਸੀਗੇ ਜਿਹਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਕਿਸੇ ਸਰਕਾਰੀ ਕਾਲਜ ਦੇ ਵਿੱਚ ਅਪਲਾਈ ਕੀਤਾ, ਉਹਨਾਂ ਦਾ ਸਪਟੰਬਰ ਦੀ ਬਜਾਏ ਕਾਲਜ ਨੇ ਆਖਿਆ ਕਿ ਅਸੀਂ जनवरी ਇਨਟੇਕ ਲਈ ਤੁਹਾਨੂੰ ਆਫਰ ਲੈਟਰ ਦੇਵਾਂਗੇ। ਜਦੋਂ जनवरी ਦੇ ਅਕੋਰਡਿੰਗ ਉਹਨਾਂ ਨੇ ਅਪਲਾਈ ਕੀਤਾ, ਬਾਅਦ 'ਚ जनवरी ਦਾ ਵੀ ਰਿਜ਼ਲਟ ਨਹੀਂ ਆਇਆ ਤਾਂ ਲੇਟਰ ਔਨ ਫਿਰ ਉਹਨਾਂ ਨੂੰ ਮਈ ਦੇ ਵਿੱਚ ਡੈਫਰ ਕਰਨਾ ਪਿਆ। ਦੇਖੋ ਇਹ ਕੁਝ ਸਿਚੁਏਸ਼ਨਸ ਨੇ, ਇੱਕ ਕੜਵੇ ਸੱਚ ਨੇ ਜਿਹੜੇ ਇਸ ਮੰਚ 'ਤੇ ਬਹਿ ਕੇ, ਕਿਉਂਕਿ ਜਿਹੜਾ ਮੰਚ ਹੈ E9 ਦਾ, ਇੱਥੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਸੱਚ ਜਿਹੜਾ ਚੰਗੀ ਗੱਲਾਂ ਨੇ ਖੁੱਲ੍ਹ ਕੇ ਅਸੀਂ ਬੋਲ ਸਕਦੇ ਹਾਂ। ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਕਿ ਸਟੂਡੈਂਟਸ ਨੂੰ ਜਿਹੜਾ ਸੱਚ ਦੇ ਨਾਲ ਰੂਬਰੂ ਕਰਾਇਆ ਜਾ ਸਕੇ ਤਾਂ ਕਿ ਜਿਹੜਾ ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਉਹ ਪੂਰਾ ਹੋ ਸਕੇ, ਨਾ ਕਿ ਝੂਠੇ ਲਾਰੇ ਤੁਹਾਡੇ ਨਾਲ ਲਾਏ ਜਾਣ। ਤੁਹਾਨੂੰ ਆਖਿਆ ਜਾਵੇ ਕਿ ਅਸੀਂ ਇਸ ਇਨਟੇਕ ਦੀ ਤੁਹਾਨੂੰ ਆਫਰ ਲੈਟਰ ਲੈ ਦਾਂਗੇ, ਪਰ ਬਾਅਦ 'ਚ ਪਤਾ ਲੱਗਦਾ ਕਿ 6-6 ਮਹੀਨੇ ਆਫਰ ਲੈਟਰ ਨਹੀਂ ਆਉਂਦੀ ਜਾਂ 2-2 ਮਹੀਨੇ ਆਫਰ ਲੈਟਰ ਨਹੀਂ ਆਉਂਦੀ। ਫਿਰ ਉਸ ਤੋਂ ਅਗਲੇ ਇਨਟੇਕ 'ਚ ਤੁਹਾਡਾ ਫਾਈਲ ਲੱਗਦੀ ਹੈ ਅਤੇ ਉਸ ਇਨਟੇਕ ਦੇ ਵਿੱਚ ਵੀ ਜੇ ਰਿਜ਼ਲਟ ਨਹੀਂ ਆਉਂਦਾ ਤੁਹਾਡਾ ਲੇਟਰ ਔਨ ਫਿਰ ਤੁਹਾਨੂੰ ਡੈਫਰਮੈਂਟ ਲੈਣਾ ਪੈਂਦਾ। ਦੇਖੋ ਅੱਜ ਦੀ ਜੋ ਰਿਐਲਿਟੀ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿੰਨੀ ਛੇਤੀ ਤੁਹਾਡੀ ਜਿਹੜੀ ਫਾਈਲ ਅੰਬੈਸੀ ਜਾ ਸਕਦੀ ਹੈ, ਕਿਉਂਕਿ ਇਸ ਟਾਈਮ ਇਹ ਵੀ ਅਨਸਰਟਨ ਹੈ ਕਿ ਤੁਹਾਡੇ ਅੰਬੈਸੀ ਦੇ ਵਿੱਚ ਤੁਹਾਡਾ ਰਿਜ਼ਲਟ ਕਿੰਨੇ ਟਾਈਮ ਦੇ ਵਿੱਚ ਆਊਗਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਬੱਚਾ ਸਾਡੇ ਕੋਲ ਆਵੇ, ਹਰ ਸਿਚੁਏਸ਼ਨ ਲਈ ਰੈਡੀ ਰਹੇ ਔਰ ਬੱਚੇ ਦੀ ਕੀ ਪ੍ਰੈਫਰੈਂਸ ਹੈ ਉਹਦੇ ਅਕੋਰਡਿੰਗ ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ ਔਰ ਤੁਹਾਡਾ ਜਿਹੜਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਕਰਾਂਗੇ। ਬਿਲਕੁਲ ਠੀਕ ਹੈ। ਹੁਣ ਮੈਂ ਇਹ ਜਾਣਨਾ ਚਾਹੁੰਦਾ ਕਿ ਸਪਟੰਬਰ ਇਨਟੇਕ ਦੇ ਨਾਲ ਡੈਫਰ की संभावना कितनी लगती है ਤੁਹਾਨੂੰ?
ਕਿ ਸਾਰਿਆਂ ਦੇ ਰਿਜ਼ਲਟ ਤਾਂ ਨਹੀਂ ਆਉਣੇ ਕਿਉਂਕਿ ਹਜੇ ਤੱਕ ਰਸ਼ ਕਹਿੰਦੇ ਬਹੁਤ ਜ਼ਿਆਦਾ ਹੈ, ਅਤੇ ਕਿੰਨੇ ਕੁ ਸਟੂਡੈਂਟ ਅਪਰੋਕਸੀਮੇਟਲੀ ਡੈਫਰ ਹੋ ਸਕਦੇ ਨੇ ਜਨਵਰੀ ਲਈ, ਅਤੇ ਹੁਣ ਫਿਰ ਜਨਵਰੀ ਲਈ ਸਟੂਡੈਂਟ ਕੀ ਤਿਆਰੀ ਰੱਖਣ ਆਪਣੀ? ਦੇਖੋ ਡੱਲਾ ਸਾਹਿਬ, ਇਸ ਟਾਈਮ ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਮਈ ਵਾਸਤੇ ਫਾਈਲ ਲਾਈ ਸੀਗੀ, ਪਰ ਉਹਨਾਂ ਦੇ ਕਾਲਜਿਸ ਨੇ ਉਹਨਾਂ ਨੂੰ ਆਖਿਆ ਕਿ ਸਾਡੇ ਕੋਲ ਸਪਟੰਬਰ ਆਲਰੇਡੀ ਫੁੱਲ ਹੋ ਚੁੱਕਿਆ, ਤੁਹਾਨੂੰ ਅਸੀਂ ਜਨਵਰੀ 2023 ਦੀ ਹੀ ਆਫਰ ਲੈਟਰ ਅਸੀਂ ਦੇ ਸਕਦੇ ਹਾਂ। ਹੁਣ ਡਾਇਰੈਕਟਲੀ ਇੰਡਾਇਰੈਕਟਲੀ ਕਿਉਂਕਿ ਜਨਵਰੀ 2023 ਆਲਰੇਡੀ ਓਪਨ ਹੋ ਗਿਆ, ਤਾਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ 2 ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਸਾਨੂੰ ਜਨਵਰੀ 2023 ਦੇ ਵਿੱਚ ਵੀ ਸੀਟ ਲੱਭਣੀ ਔਖੀ ਹੋ ਜਾਣੀ ਹੈ। ਇਸ ਕਰਕੇ ਜਿਹੜੇ ਵੀ ਸਟੂਡੈਂਟਸ ਨੇ ਮਈ ਦੇ ਵਿੱਚ ਅਪਲਾਈ ਕੀਤਾ ਸੀਗਾ ਔਰ ਉਹਨਾਂ ਦਾ ਕਾਲਜ ਕਹਿ ਰਿਹਾ ਕਿ ਸਪਟੰਬਰ ਦੀ ਜਗ੍ਹਾ ਅਸੀਂ ਤੁਹਾਨੂੰ ਜਨਵਰੀ 2023 ਦੀ ਸੀਟ ਦੇ ਰਹੇ ਹਾਂ, ਤਾਂ ਜ਼ਿਆਦਾ ਬਹਿਸ ਨਾ ਕਰਨ ਕਾਲਜ ਦੇ ਨਾਲ, ਆਪਣੀ ਜਨਵਰੀ ਇਨਟੇਕ ਦੀ ਆਫਰ ਲੈਟਰ ਲੈ ਕੇ ਆਪਣਾ ਅੰਬੈਸੀ ਨੂੰ ਅਪਡੇਟ ਕਰਨ, ਤਾਂ ਕਿ ਜਦੋਂ ਵੀ ਤੁਹਾਡੀ ਫਾਈਲ ਦਾ ਨੰਬਰ ਆਵੇ ਤੁਹਾਨੂੰ ਹੋ ਸਕਦਾ ਕਿ ਜਨਵਰੀ 2023 ਦੇ ਅਕੋਰਡਿੰਗ ਤੁਹਾਨੂੰ ਰਿਜ਼ਲਟ ਮਿਲੇ ਔਰ ਟਰੈਵਲ ਤੁਸੀਂ ਜਨਵਰੀ ਦੇ ਨੇੜੇ ਤੇੜੇ ਕਰ ਸਕੋ, ਪਰ ਤੁਹਾਡਾ ਜਿਹੜਾ ਵੀਜ਼ਾ ਆ ਜਾਏ। ਦੇਖੋ ਇਸ ਟਾਈਮ ਸਭ ਤੋਂ ਜ਼ਰੂਰੀ ਕੀ ਹੈ, ਤੁਹਾਨੂੰ ਸਹੀ ਸਲਾਹ ਦੇਣੀ ਔਰ ਸਹੀ ਕਾਲਜ ਤੁਹਾਨੂੰ ਰਿਕਮੈਂਡ ਕਰਨਾ। ਕਈ ਵਾਰ ਦੇਖੋ ਟਾਈਮ ਦੀ ਗੱਲ ਹੁੰਦੀ ਹੈ, ਤੁਹਾਨੂੰ ਜਿੱਦ ਛੱਡਣੀ ਪਊਗੀ। ਹੋ ਸਕਦਾ ਕਿ ਜਿਹੜਾ ਤੁਹਾਡਾ ਫੇਵਰੇਟ ਕਾਲਜ ਹੈ, ਹੋ ਸਕਦਾ ਕਿ ਉੱਥੇ ਰਾਈਟ ਵੇ ਇਸ ਟਾਈਮ ਆਫਰ ਲੈਟਰ ਆਉਣ ਦੇ ਚਾਂਸਿਸ ਘੱਟ ਹੋਣ, ਤੁਹਾਨੂੰ ਕੋਈ ਹੋਰ ਜਗ੍ਹਾ 'ਤੇ ਤੁਹਾਨੂੰ ਆਫਰ ਲੈਟਰ ਲੈ ਕੇ ਆਪਣਾ ਵੀਜ਼ਾ ਅਪਲਾਈ ਕਰਨਾ ਪਊਗਾ ਔਰ ਤੁਹਾਨੂੰ ਹੋ ਸਕਦਾ ਕਿ ਤੁਹਾਡਾ PPR ਵੀ ਆ ਜਾਏ ਔਰ ਤੁਸੀਂ ਕੈਨੇਡਾ ਵੀ ਤੁਰ ਜਾਓ। ਕਿਉਂਕਿ ਦੇਖੋ ਐਟ ਦਾ ਐਂਡ ਆਫ ਦਾ ਡੇ ਤੁਹਾਡਾ ਵੀਜ਼ਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ +2 ਪਾਸ ਆਊਟ ਕਰਦੇ ਹੋ ਔਰ ਉਸ ਦਿਨ ਤੋਂ ਹੀ ਤੁਹਾਡਾ ਜਿਹੜਾ ਗੈਪ ਹੈ ਵਧਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਔਰ ਜਿਹੜੇ ਤੁਹਾਡੇ ਪੇਰੈਂਟਸ ਵੀ ਨੇ ਪਿਛਲੇ 3-4 ਸਾਲ ਤੋਂ ਮਿਹਨਤ ਕਰਕੇ ਉਹਨਾਂ ਨੇ ਜਿਹੜੀ ਫੀਸ ਹੈ ਤੁਹਾਡੀ, ਠੀਕ ਹੈ, ਉਹਨਾਂ ਨੇ ਇਕੱਠੀ ਕੀਤੀ ਹੁੰਦੀ ਹੈ ਔਰ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਸਹੀ ਟਾਈਮ 'ਤੇ ਕਿਸੇ ਐਸੇ ਕਾਲਜ ਦੇ ਵਿੱਚ ਜਿੱਥੇ ਪੜ੍ਹਨ ਤੋਂ ਬਾਅਦ ਤੁਹਾਨੂੰ ਕੱਲ੍ਹ ਨੂੰ ਵਰਕ ਪਰਮਿਟ ਵੀ ਜ਼ਰੂਰ ਮਿਲੇ, ਤਾਂ ਕਿ ਤੁਸੀਂ ਲੇਟਰ ਔਨ ਪੜ੍ਹਾਈ ਫਿਨਿਸ਼ ਕਰਨ ਤੋਂ ਬਾਅਦ ਜੇ ਤੁਸੀਂ ਇੰਡੀਆ ਵਾਪਸ ਆਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਚੋਇਸ ਹੈ, ਪਰ ਜੇ ਤੁਸੀਂ ਉੱਥੇ ਰਹਿਣਾ ਚਾਹੋ ਤਾਂ ਤੁਹਾਨੂੰ ਵਰਕ ਪਰਮਿਟ ਜ਼ਰੂਰ ਮਿਲੇ, ਤਾਂ ਕਿ ਤੁਹਾਡਾ ਜਿਹੜਾ ਪੇਰੈਂਟਸ ਨੇ ਤੁਹਾਡੇ 'ਤੇ ਇੰਨਾ ਪੈਸਾ ਇਨਵੈਸਟ ਕੀਤਾ ਉਹਦਾ ਕੋਈ ਮੁੱਲ ਵੀ ਮੁੜ ਸਕੇ। ਇਸ ਕਰਕੇ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਸਲਾਹ ਤੁਸੀਂ ਚੰਗੇ ਕੰਸਲਟੈਂਟ ਤੋਂ ਲਓ ਜਿਹੜਾ ਕਿ ਤੁਹਾਨੂੰ ਸਿਰਫ ਲਾਰਿਆਂ 'ਚ ਨਾ ਰੱਖੇ, ਕਿਉਂਕਿ ਕਈ ਵਾਰ ਜਿਹੜੇ ਸਟੂਡੈਂਟਸ ਵੀ ਨੇ ਉਹ ਸੱਚਾਈ ਨਹੀਂ ਸੁਣਨਾ ਚਾਹੁੰਦੇ ਹੁੰਦੇ, ਉਹ ਕਹਿ ਦਿੰਦੇ ਕਿ ਅਸੀਂ ਜੀ ਲੈਟਸ ਸੇ ਕਿ ਜੀ ਅਸੀਂ ਸੈਂਟੇਨੀਅਲ ਕਾਲਜ ਦੇ ਵਿੱਚ ਹੀ ਜਾਣਾ। ਹੁਣ ਸੈਂਟੇਨੀਅਲ ਕਾਲਜ ਦੇ ਵਿੱਚ ਐਪਲੀਕੇਸ਼ਨ ਇੰਨੀ ਲੱਗੀ ਹੁੰਦੀ ਹੈ, ਠੀਕ ਹੈ, ਹੋ ਸਕਦਾ ਕਿ ਤੁਹਾਨੂੰ ਸਪਟੰਬਰ ਇਨਟੇਕ ਦੀ ਜਗ੍ਹਾ ਉੱਥੇ ਜਨਵਰੀ ਇਨਟੇਕ ਮਿਲੇ, ਠੀਕ ਹੈ। ਜਾਂ ਤਾਂ ਉਸ ਰਿਐਲਿਟੀ ਨੂੰ ਫੇਸ ਕਰੋ, ਉਹਨੂੰ ਅਸੈਪਟ ਕਰੋ, ਵੇਟ ਤੁਹਾਨੂੰ ਕਰਨੀ ਪਊਗੀ। ਜੇ ਤੁਸੀਂ ਵੇਟ ਕਰਨ ਲਈ ਰੈਡੀ ਹੋ ਤਾਂ ਇਟਸ ਫਾਈਨ, ਤੁਸੀਂ ਉਸ ਕਾਲਜ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਸਪਟੰਬਰ ਇਨਟੇਕ ਹੀ ਮੈਂ ਲੈਣਾ ਔਰ ਛੇਤੀ ਤੋਂ ਛੇਤੀ ਕੈਨੇਡਾ ਪਹੁੰਚਣਾ, ਤਾਂ ਤੁਹਾਨੂੰ ਜਿਹੜੀਆਂ ਤੁਹਾਡੀ ਚੋਇਸ ਹੈ, ਤੁਹਾਨੂੰ ਪ੍ਰੈਫਰੈਂਸਿਸ ਹੈ, ਉਹਦੇ 'ਚ ਥੋੜ੍ਹਾ ਕੰਪਰੋਮਾਈਜ਼ ਕਰਨਾ ਪੈ ਸਕਦਾ, ਪਰ ਐਟ ਦਾ ਐਂਡ ਆਫ ਦਾ ਡੇ ਤੁਸੀਂ ਜਿਹੜਾ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਉਹ ਜ਼ਰੂਰ ਪੂਰਾ ਹੋ ਜਾਊਗਾ। ਬਿਲਕੁਲ ਠੀਕ ਹੈ ਜੀ। ਸੋ ਬਹੁਤ ਇੰਪੋਰਟੈਂਟ ਗੱਲਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਪਵਨਦੀਪ ਸੰਧੂ ਹੋਣਾ ਜਿਹਨੇ ਕੀਤੀਆਂ ਨੇ। ਸੋ ਸਟੂਡੈਂਟ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ, ਇਸ ਨੰਬਰ 'ਤੇ ਫੋਨ ਕਰੋ, ਸਕਰੀਨ 'ਤੇ ਨੰਬਰ ਆ ਰਿਹਾ, ਪੂਰੀ ਕਲੈਰਿਟੀ ਹਾਸਲ ਕਰੋ। ਸੋ ਇੱਕ ਗੱਲ ਹੋਰ ਮੈਨੂੰ ਦੱਸੋ, SDS ਨਾਨ SDS PT ਕਿਹੜੇ ਸਟੂਡੈਂਟ ਤੁਸੀਂ ਗਾਈਡ ਕਰੋਗੇ ਕਿ ਅਪਲਾਈ ਕਰਨ ਜਨਵਰੀ ਲਈ ਜਾਂ ਰੀਅਪਲਾਈ ਕਰਨ ਸਪਟੰਬਰ ਲਈ? ਦੇਖੋ ਡੱਲਾ ਸਾਹਿਬ, ਬਹੁਤ ਹੀ ਵਧੀਆ ਸਵਾਲ ਤੁਸੀਂ ਕੀਤਾ। ਦੇਖੋ ਇਸ ਟਾਈਮ ਮਾਰਕੀਟ ਦੇ ਵਿੱਚ ਇਹ ਚੀਜ਼ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਹੈ ਕਿ 6 ਈਚ ਦੇ ਨਾਲ ਹੀ ਕੈਨੇਡਾ ਦਾ ਵੀਜ਼ਾ ਲੱਗ ਰਿਹਾ, ਪਰ ਮੈਂ ਸਟੂਡੈਂਟਸ ਨੂੰ ਕਹਿਣਾ ਚਾਹੂੰਗਾ ਕਿ ਦੇਖੋ ਜਿਹੜੀ ਅੰਬੈਸੀ ਹੈ, ਠੀਕ ਹੈ, ਉਹਨਾਂ ਨੇ ਕੈਟਾਗਰੀਜ਼ ਬਣਾਈਆਂ SDS ਨਾਨ SDS, ਔਰ ਨਾਨ SDS ਦੇ ਵਿੱਚ ਵੀ ਵੀਜ਼ਾਜ਼ ਆ ਰਹੇ ਨੇ, ਪਰ ਐਜ਼ ਕੰਪੇਅਰ ਟੂ SDS ਜਿਹੜੀ ਸਕਸੈਸ ਰੇਟ ਘੱਟ ਜ਼ਰੂਰ ਹੈ, ਠੀਕ ਹੈ। ਔਰ ਦੇਖੋ ਸਭ ਤੋਂ ਜ਼ਰੂਰੀ ਚੀਜ਼ ਕੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਕਮੀ ਪੇਸ਼ੀ ਉਹਨੂੰ ਦੂਰ ਕਰਨਾ ਚਾਹੀਦਾ, ਠੀਕ ਹੈ। ਹੁਣ ਜਿਹੜੇ ਬੱਚੇ ਨੇ ਸਪਟੰਬਰ ਇਨਟੇਕ ਲਈ ਟਾਰਗੇਟ ਕਰਨਾ ਹੈ, ਹੋ ਸਕਦਾ ਕਿ ਇਸ ਟਾਈਮ ਉਹਦੇ ਕੋਲ ਜਿਹੜਾ ਉਹਨਾਂ ਦਾ ਆਇਲਸ ਦਾ ਰਿਜ਼ਲਟ ਹੈ ਇੱਕ ਮੋਡਿਊਲ 'ਚ 5.5 ਹੋ ਸਕਦੇ ਆ। ਉਹ ਬੱਚੇ ਕੀ ਕਰ ਸਕਦੇ ਆ ਕਿ ਤੁਸੀਂ ਸਿਰਫ ਕਈ ਵਾਰ ਸਾਡੇ ਕੋਲ ਬੱਚੇ ਹੁੰਦੇ ਨੇ ਉਹ ਕਹਿੰਦੇ ਕਿ ਜੀ ਸਾਡੇ ਇੱਕ ਮੋਡਿਊਲ 'ਚ 5.5 ਹੈ, ਠੀਕ ਹੈ, ਸਾਨੂੰ ਤੁਸੀਂ ਗਰੰਟੀ ਦਿਓ, ਠੀਕ ਹੈ। ਹੁਣ ਹੋ ਸਕਦਾ ਕਿ ਕਈ ਕੰਸਲਟੈਂਟ ਵੀਰ ਉਹਨਾਂ ਨੂੰ ਗਰੰਟੀ ਦੇ ਦਿੰਦੇ ਹੁਣ, ਹਾਂਜੀ ਇੱਕ ਮੋਡਿਊਲ 'ਚ 5.5 ਤੁਹਾਡਾ 100% ਅਸੀਂ ਵੀਜ਼ਾ ਦਵਾ ਦਾਂਗੇ। ਉਹਦੇ ਨਾਲ ਕੀ ਹੁੰਦਾ ਕਿ ਉਹ ਬੱਚਾ ਨਿਸ਼ਚਿੰਤ ਹੋ ਕੇ ਬਹਿ ਜਾਂਦਾ। ਪਰ ਦੇਖੋ ਗਰੰਟੀ ਹੈ ਤਾਂ 7 ਬੈਂਡ ਵਾਲੇ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ। ਮੇਨ ਗੱਲ ਹੁੰਦੀ ਹੈ ਕਿ ਫਾਈਲਿੰਗ ਕਿਸ ਤਰ੍ਹਾਂ ਨਾਲ ਤੁਸੀਂ ਕੀਤੀ ਹੈ ਔਰ ਤੁਹਾਨੂੰ ਗਾਈਡੈਂਸ ਕੌਣ ਕਰ ਰਿਹਾ ਔਰ ਕਿੰਨੀ ਇਮਾਨਦਾਰੀ ਦੇ ਨਾਲ ਕਰ ਰਿਹਾ। ਹੁਣ ਮੈਂ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਸਾਡੇ ਕੋਲ ਕੁਝ ਬੱਚੇ ਸੀਗੇ ਜਿਨ੍ਹਾਂ ਨੇ ਮਈ ਇਨਟੇਕ ਦੇ ਵਿੱਚ ਵੀਜ਼ਾਜ਼ ਲਏ ਆ, ਉਹ ਜਨਵਰੀ ਇਨਟੇਕ ਦੇ ਟਾਈਮ ਸਾਡੇ ਕੋਲ ਆਏ ਸੀਗੇ ਔਰ ਉਹਨਾਂ ਦੇ ਵਿੱਚ ਵੀ ਕੁਝ ਬੱਚਿਆਂ ਦੇ ਜਿਵੇਂ ਇੱਕ ਮੋਡਿਊਲ 'ਚ 5.5 ਸੀਗੇ, ਠੀਕ ਹੈ, ਉਹਨਾਂ ਨੂੰ ਅਸੀਂ ਗਾਈਡ ਕੀਤਾ। ਹੁਣ ਜਿਵੇਂ ਜਲੰਧਰ ਦੇ ਵਿੱਚ ਸਾਡੀ ਆਇਲਸ ਅਕੈਡਮੀ ਵੀ ਹੈ, ਜਲੰਧਰ ਹੋ ਗਿਆ ਜਾਂ ਅਬੋਹਰ ਹੋ ਗਿਆ, ਫਾਜ਼ਿਲਕਾ, ਸਾਡੇ ਉੱਥੇ ਆਇਲਸ ਅਕੈਡਮੀ ਵੀ ਹੈ। ਬੱਚੇ ਦੀ ਅਸੀਂ ਵਧੀਆ ਕਾਲਜ ਦੇ ਵਿੱਚ ਐਡਮਿਸ਼ਨ ਪ੍ਰੋਸੈਸ ਸ਼ੁਰੂ ਕੀਤੀ, ਠੀਕ ਹੈ। ਬੱਚੇ ਨਾਲ ਆਪਾਂ ਮੋਟੀਵੇਟ ਕੀਤਾ ਬੱਚੇ ਨੂੰ, ਦੂਜੇ ਪਾਸੇ ਬੱਚੇ ਨੂੰ ਆਪਾਂ ਆਇਲਸ ਦੁਬਾਰਾ ਕਰਨ ਵਾਸਤੇ ਮੋਟੀਵੇਟ ਕੀਤਾ ਔਰ ਬੱਚਿਆਂ ਨੇ 6 ਈਚ ਲਏ।
ਕਿਉਂਕਿ ਦੇਖੋ ਜਦੋਂ ਤੱਕ ਤੁਹਾਡੀ ਫਾਈਲ ਅੰਬੈਸੀ ਨਹੀਂ ਜਾਂਦੀ ਉਸ ਟਾਈਮ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੈ, ਬੱਚੇ ਨਾਲ ਬਹਿ ਕੇ ਉਹਨੂੰ ਗਾਈਡੈਂਸ ਦੇਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜਦੋਂ ਤੱਕ ਤੁਹਾਡੀ ਫਾਈਲ ਆਪਾਂ ਪ੍ਰਪੇਅਰ ਕਰ ਰਹੇ ਹਾਂ ਅੰਬੈਸੀ ਤੱਕ ਜਾਣ ਤੋਂ ਪਹਿਲਾਂ ਤੱਕ ਸਾਨੂੰ ਹਰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਫਾਈਲ ਕਿਵੇਂ ਇੰਪਰੂਵ ਕਰ ਸਕੀਏ। ਪਰ ਜੇ ਫਿਰ ਵੀ ਤੁਸੀਂ ਆਪਣੀ ਫਾਈਲ ਪੀਟੀ ਦੇ ਨਾਲ ਲਾ ਰਹੇ ਹੋ ਜਾਂ ਇੱਕ ਮੋਡਿਊਲ ਦੇ ਵਿੱਚ 5.5 ਦਿਨ ਲਾ ਰਹੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਜਿਹੜੇ ਤੁਹਾਡੇ ਫਾਈਨੈਂਸ਼ੀਅਲਸ ਨੇ ਉਹ ਕਿਸ ਤਰੀਕੇ ਨਾਲ ਲੱਗ ਰਹੇ ਹੈ। ਕਿਉਂਕਿ ਦੇਖੋ ਮੈਂ ਹਮੇਸ਼ਾ ਬੱਚੇ ਨੂੰ ਕਹਿੰਦਾ ਕਿ ਫਾਈਨੈਂਸ਼ੀਅਲ ਇੱਕ ਇਹੋ ਜਿਹੀ ਚੀਜ਼ ਹੈ, ਇਹ ਨਹੀਂਗਾ ਕਿ ਤੁਸੀਂ ਆਪਣੇ ਅਕਾਊਂਟ ਦੇ ਵਿੱਚ 20 ਲੱਖ ਰੁਪਏ ਸ਼ੋਅ ਕਰਤਾ ਤੁਹਾਨੂੰ ਲੱਗਦਾ ਕਿ ਮੈਂ ਆਪਣੇ ਫੰਡ ਸ਼ੋਅ ਕਰਤੇ। ਦੇਖੋ ਫੰਡਸ ਵੀ ਸ਼ੋਅ ਕਰਨੇ ਬੜਾ ਇੱਕ ਟੈਕਨੀਕਲ ਪੁਆਇੰਟ ਹੈ, ਹਰ ਇੱਕ ਕੰਸਲਟੈਂਟ ਨਹੀਂ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਦਾ। ਕਈ ਕੰਸਲਟੈਂਟਸ ਦੀ ਕੋਸ਼ਿਸ਼ ਹੁੰਦੀ ਹੈ ਕਿ ਸਿੰਪਲ ਤੁਹਾਨੂੰ ਜਿਹੜੇ ਫੰਡ ਨੇ ਫੰਡ ਦਾ ਤੁਹਾਨੂੰ ਡਰਾਵਾ ਪਾ ਕੇ 10 ਤੋਂ 15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਪਾ ਕੇ ਫੰਡ ਸ਼ੋਅ ਕਰਨ ਦੇ ਵੀ ਪੈਸੇ ਤੁਹਾਡੇ ਤੋਂ ਚਾਰਜ ਕੀਤੇ ਜਾਂਦੇ ਆ। ਮੈਂ ਹਮੇਸ਼ਾ ਬੱਚੇ ਨੂੰ ਰਿਕੁਐਸਟ ਕਰਦਾ ਕਿ ਫੰਡ ਜਾਂ ਤਾਂ ਸ਼ੋਅ ਹੀ ਨਾ ਕਰੋ, ਜੇ ਸ਼ੋਅ ਕਰਨੇ ਆ ਤਾਂ ਪ੍ਰੋਪਰ ਤਰੀਕੇ ਨਾਲ ਕਰੋ, ਪ੍ਰੋਪਰ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਜੇ ਤੁਹਾਡੇ ਅਕਾਊਂਟ ਦੇ ਵਿੱਚ 15 ਲੱਖ ਰੁਪਏ ਕਿੱਥੋਂ ਆਇਆ, ਉਹਦੇ ਸੋਰਸਿਸ ਕੀ ਨੇ, ਜੇ ਤੁਹਾਡੇ ਪੇਰੈਂਟਸ ਨੇ ਉਹਨਾਂ ਦਾ ITR ਕਿੰਨੇ ਸਾਲ ਦੀ ਤੁਸੀਂ ਲਾ ਰਹੇ ਹੋ, ਜਾਂ ਤੁਹਾਡੇ ਫਾਦਰ ਦੀ ਜਾਂ ਤੁਹਾਡੇ ਮਦਰ ਦੀ ਇਨਕਮ ਕਿੰਨੀ ਹੈ। ਕਿਉਂਕਿ ਇਕੱਲਾ 10 ਤੋਂ 15 ਲੱਖ ਰੁਪਏ ਅਕਾਊਂਟ ਦੇ ਵਿੱਚ ਪਾ ਲੈਣਾ ਇਹ ਨਹੀਂਗਾ ਕਿ ਤੁਹਾਡੇ ਕੋਲ ਫੰਡਸ ਆ ਗਏ, ਉਹ ਫੰਡ ਕਿੱਥੋਂ ਆਏ ਇਹ ਵੀ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਜਿਹਦੇ ਕਰਕੇ ਕਈ ਵਾਰ ਕੀ ਹੁੰਦਾ ਕਿ ਕਈ ਫਾਈਲਸ SDS ਹੁੰਦੀਆਂ ਨੇ, ਪਰ ਕਈ ਕੰਸਲਟੈਂਟਸ ਕੀ ਕਰਦੇ ਨੇ ਕਿ ਫੰਡ ਸ਼ੋਅ ਕਰਾਉਣ ਦੇ ਚੱਕਰ 'ਚ ਕੁਝ ਪੈਸੇ ਕਮਾਉਣ ਦੇ ਚੱਕਰ 'ਚ ਬੱਚਿਆਂ ਦੇ ਗਲਤ ਜਿਹੜੇ ਫੰਡਸ ਨੇ ਸ਼ੋਅ ਕਰ ਦਿੰਦੇ ਨੇ, ਜਿਹਦੇ ਕਰਕੇ ਜੇ ਬੱਚੇ ਦਾ ਵੀਜ਼ਾ ਲੱਗਣਾ ਵੀ ਹੁੰਦਾ ਤਾਂ ਵੀਜ਼ਾ ਨਹੀਂ ਲੱਗਦਾ, ਕਿਉਂਕਿ ਉੱਥੋਂ ਇਹ ਸ਼ੋਅ ਹੋ ਜਾਂਦਾ ਕਿ ਯਾਰ ਇਹ ਬੰਦੇ ਫਾਈਨੈਂਸ਼ੀਅਲੀ ਸਟੇਬਲ ਨਹੀਂ ਗਏ। ਔਰ ਇਹ ਜਿਹੜੀਆਂ ਚੀਜ਼ਾਂ ਨੇ ਟੈਕਨੀਕਲ ਤੁਹਾਨੂੰ ਮੈਂ ਦੱਸ ਰਿਹਾ, ਜਿਹੜਾ ਹਰ ਕੋਈ ਬੰਦਾ ਨਹੀਂ ਦੱਸਦਾ ਤੁਹਾਨੂੰ, ਇਸ ਕਰਕੇ ਤੁਹਾਡਾ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਕੰਸਲਟੈਂਟ ਚੂਜ਼ ਕਰਨਾ। ਔਰ ਸਪੈਸ਼ਲੀ ਕੈਨੇਡਾ ਵਾਸਤੇ ਮੇਰੀ ਹਮੇਸ਼ਾ ਹੀ ਤੁਹਾਡੀ ਰਿਕੁਐਸਟ ਹੁੰਦੀ ਹੈ ਕਿ ਤੁਸੀਂ ਐਟਲੀਸਟ ਪੰਜਾਬ ਗਵਰਨਮੈਂਟ ਤੋਂ ਜਾਂ ਤੁਸੀਂ ਆਪਣੇ ਆਸ-ਪਾਸ ਦੇਖੋ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ CICC ਮੈਂਬਰ ਹੋਵੇ, ਕੈਨੇਡਾ ਅੰਬੈਸੀ ਤੋਂ ਸਰਟੀਫਾਈਡ ਹੋਵੇ, ਰਜਿਸਟਰਡ ਹੋਵੇ, ਤਾਂ ਕਿ ਤੁਹਾਨੂੰ ਉਹ ਬਿਲਕੁਲ ਟਰਾਂਸਪੇਰੈਂਟ ਤੁਹਾਨੂੰ ਸਲਾਹ ਦੇ ਸਕੇ ਔਰ ਤੁਹਾਡਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਹੈ ਉਹਨੂੰ ਪੂਰਾ ਕਰ ਸਕੇ। ਬਹੁਤ ਧੰਨਵਾਦ ਜੀ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਂਝੀ ਕੀਤੀ ਹੈ। ਸਕਰੀਨ ਤੇ ਨੰਬਰ ਹੈ, ਕੋਈ ਵੀ ਕਲੈਰਿਟੀ ਹੈ ਤੇ ਉਹਨੂੰ ਪੂਰੀ ਤਰ੍ਹਾਂ ਨਾਲ ਹਾਸਲ ਕਰੋ। ਥੈਂਕ ਯੂ ਸੋ ਮਚ।